ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਗੁਰਮਤਿ ਦੀ ਵਿਚਾਰਧਾਰਾ ਨਾਲ ਜੋੜੀਏ। ਐਤਵਾਰ ਵਾਲੇ ਦਿਨ ਆਪਾਂ ਵਿਚਾਰ ਕਰ ਰਹੇ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਮਨੁੱਖ ਜਾਤੀ ਨੂੰ ਇੱਕ ਇਕਾਈ ਦਾ ਜੋ ਸਿਧਾਂਤ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਵਿੱਚ ਉਹ ਫਰਮਾ ਰਹੇ ਸਨ ਕਿ ਅਸੀਂ ਸਭ ਜੀਵ ਇੱਕ ਪਰਮਾਤਮਾ ਤੋਂ ਪੈਦਾ ਹੋਏ ਹਾਂ। ਇੱਕ ਪਰਮਾਤਮਾ ਦੀ ਸਾਡੇ ਵਿੱਚ ਜੋਤ ਹੈ ਤੇ ਇਸ ਸਰੀਰ ਨੂੰ ਛੱਡਣ ਤੋਂ ਬਾਅਦ ਜਾਂ ਜਦੋਂ ਵੀ ਕਿਤੇ ਸਬੱਬ ਬਣਦਾ ਹੈ, ਇਹ ਜੀਵ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ। ਉਸੇ ਹੀ ਲੜੀ ਨੂੰ ਜੇ ਥੋੜਾ ਜਿਹਾ ਹੋਰ ਸਮਝੀਏ ਤੇ ਗੁਰੂ ਮਹਾਰਾਜ ਨੇ ਇੱਕ ਬੜੀ ਸੋਹਣੀ ਉਦਾਹਰਣ ਲਈ ਹੈ ਗੁਰਬਾਣੀ ਵਿੱਚ। ਉਦਾਹਰਣ ਲਈ ਉਹਨਾਂ ਨੇ ਮਾਲਾ ਦੀ। ਜੇ ਆਪਾਂ ਮਾਲਾ ਨੂੰ ਸਮੁੱਚੇ ਰੂਪ ਵਿੱਚ ਵੇਖੀਏ ਤੇ ਉਹ ਮਾਲਾ ਇੱਕ ਹੀ ਹੁੰਦੀ ਹੈ। ਜੇਕਰ ਅਸੀਂ ਉਸ ਨੂੰ ਮਣਕਿਆਂ ਦੇ ਰੂਪ ਵਿੱਚ ਵੇਖੀਏ ਤੇ ਮਣਕੇ ਇੱਕ ਤੋਂ ਵੱਧ ਹੁੰਦੇ ਨੇ, ਉਹਨਾਂ ਨੂੰ ਗਿਣਿਆ ਜਾ ਸਕਦਾ ਕਿ ਇੰਨੇ ਮਣਕੇ ਨੇ, ਭਾਵੇਂ ਉਹ 108 ਹੋਣ ਜਾਂ ਵੱਧ ਘੱਟ ਹੋਣ। ਜੇ ਕੱਲੇ ਮਣਕੇ ਨੂੰ ਗਿਣਾਂਗੇ, ਵੇਖਾਂਗੇ ਤੇ ਸਾਨੂੰ ਉਹਨਾਂ ਦੀ ਗਿਣਤੀ ਬਹੁਤ ਸਾਰੀ ਲੱਗੇਗੀ। ਜੇ ਉਸ ਸਮੂਹ ਨੂੰ ਵੇਖਾਂਗੇ ਤੇ ਉਹ ਇੱਕ ਮਾਲਾ ਰਹਿ ਜਾਏਗੀ। ਇਹ ਗੁਰੂ ਜੀ ਨੇ ਗੁਰਬਾਣੀ ਵਿੱਚ ਉਦਾਹਰਣ ਲੈ ਕੇ ਸਾਨੂੰ ਬੜਾ ਸੋਹਣਾ ਸਮਝਾਇਆ ਹੈ। ਤੂੰ ਸੂਤ ਮਣੀਏ ਵੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ। ਸੂਤ ਦਾ ਮਤਲਬ ਹੈ ਜਿਹੜੀ ਉਹ ਸੂਤਰ ਹੈ ਜਿਹਦੇ ਵਿੱਚ ਮਣਕੇ ਪਾਏ ਹੋਏ ਨੇ, ਮਾਲਾ ਦਾ ਸੂਤਰ। ਮਣੀਏ ਤੋਂ ਭਾਵ ਮਣਕੇ। ਹੇ ਪਰਮਾਤਮਾ, ਸੂਤਰ ਵੀ ਤੂੰ ਏ ਤੇ ਮਣਕੇ ਵੀ ਤੂੰ ਏ। ਤੂੰ ਗੰਠੀ, ਉਹ ਮਾਲਾ ਦੇ ਸਿਰ ਤੇ ਆਪਾਂ ਵੇਖਦੇ ਹਾਂ ਕਿ ਗੱਠ ਪਾਈ ਹੁੰਦੀ, ਜਿਸ ਨੂੰ ਗੰਢ ਵੀ ਆਖਦੇ ਨੇ। ਉਹ ਗੰਠੀ ਵੀ ਤੂੰ ਹੀ ਹੈ ਤੇ ਉਸ ਮਾਲਾ ਵਿੱਚ ਜੀ ਇੱਕ ਸਭ ਤੋਂ ਵੱਡਾ ਮਣਕਾ ਹੁੰਦਾ ਜਿਹੜਾ ਉੱਤੇ ਹੁੰਦਾ ਹੈ, ਉਸ ਨੂੰ ਮੇਰੂ ਮਣਕਾ ਵੀ ਆਖਦੇ ਨੇ। ਉਹ ਸਭ ਤੋਂ ਵੱਡਾ ਮਣਕਾ ਵੀ ਤੂੰ ਹੀ ਹੈ। ਭਾਵ ਜੇ ਅਸੀਂ ਸਮੁੱਚ ਨੂੰ ਵੇਖੀਏ, ਮਾਲਾ ਨੂੰ, ਤਾਂ ਵੀ ਤੂੰ ਹੈ। ਜੇ ਕੱਲੇ ਮਣਕੇ ਨੂੰ, ਕੱਲੇ ਉਸ ਦੀ ਗੱਠ ਨੂੰ, ਉਸ ਦੇ ਮੇਰੂ ਮਣਕੇ ਨੂੰ, ਤੇ ਤਾਂ ਵੀ ਤੂੰ ਹੈ। ਹਰ ਤਰ੍ਹਾਂ ਨਾਲ ਤੂੰ ਹੀ ਹੈ। ਆਦ ਮੱਧ ਅੰਤ ਪ੍ਰਭ ਸੋਈ, ਅਵਰ ਨਾ ਕੋਏ ਦਿਖਾਲੀਐ ਜੀਓ। ਜਦੋਂ ਇਹ ਸ੍ਰਿਸ਼ਟੀ ਰਚਨਾ ਨਹੀਂ ਸੀ ਉਦੋਂ ਵੀ, ਹੁਣ ਸ੍ਰਿਸ਼ਟੀ ਰਚਨਾ ਦੇ ਵੇਲੇ ਵੀ ਤੇ ਇਹਦੇ ਅੰਤ ਤੋਂ ਬਾਅਦ ਵਿੱਚ ਵੀ ਤੂੰ ਰਹੇਗਾ, ਤੂੰ ਹੁੰਦਾ ਹੈ। ਤੇਰੇ ਤੋਂ ਬਿਨਾਂ ਹੋਰ ਕਿਹੜਾ ਨਜ਼ਰ ਆ ਰਿਹਾ ਸਾਨੂੰ ਜਿਹੜਾ ਇਸ ਤਰ੍ਹਾਂ ਦਾ ਹੋਵੇ ਕਿ ਉਹ ਮਾਲਾ ਵਿੱਚ ਵੀ ਹੋਵੇ, ਉਹ ਮਣਕਿਆਂ ਵਿੱਚ ਵੀ ਹੋਵੇ, ਉਹ ਸ੍ਰਿਸ਼ਟੀ ਦੇ ਆਦਿ ਤੋਂ ਪਹਿਲਾਂ ਵੀ ਹੋਵੇ, ਚੱਲ ਰਹੇ ਸਮੇਂ 'ਚ ਵੀ ਹੋਵੇ ਤੇ ਬਾਅਦ ਵਿੱਚ ਵੀ ਹੋਵੇ। ਕੇਵਲ ਤੇ ਕੇਵਲ ਇੱਕ ਤੂੰ ਹੈ। ਸੋ ਉਸ ਤੂੰ ਨਾਲ ਆਪਾਂ ਜੁੜਨਾ ਹੈ।
ਸੋ ਇਹ ਸੀ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਸਾਨੂੰ ਦਿੱਤਾ ਏਕੇ ਦਾ। ਤੇ ਉਹਨਾਂ ਨੇ ਸਾਨੂੰ ਓਮਕਾਰ ਤੋਂ ਪਹਿਲਾਂ ਨੰਬਰ 1 ਲਗਾ ਕੇ ਸਮਝਾਇਆ ਸੀ ਕਿ ਅੱਗੇ ਵਿਸਥਾਰ ਜਿੰਨਾ ਮਰਜ਼ੀ ਹੋਵੇ, ਪਰ ਆਦ ਮੱਧ ਤੇ ਅੰਤ ਇੱਕ ਹੀ ਹੈ। ਅਸੀਂ ਉਸ ਇੱਕ ਨਾਲ ਜੁੜਨਾ ਹੈ ਜਿਹੜਾ ਸਦਾ ਲਈਏ। ਤੇ ਜੁੜਨਾ ਕਿਵੇਂ ਆ, ਅਸੀਂ ਹੁਣ ਥੋੜਾ ਜਿਹਾ ਉਹ ਸਮਝਦੇ ਹਾਂ। ਆਪਾਂ ਜੁੜਨਾ ਹੈ ਜਪ ਦੁਆਰਾ। ਗੁਰੂ ਨਾਨਕ ਸਾਹਿਬ ਜੀ ਨੇ ਇਸ ਮੰਗਲਾਚਰਨ ਆਖੀਏ ਜਾਂ ਮੂਲ ਮੰਤਰ ਆਖੀਏ, ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਸ਼ਬਦ ਲਿਖਿਆ ਉਹ ਹੈ ਜਪ। ਜਿਸ ਜਪ ਤੋਂ ਅਸੀਂ ਸਾਰੇ ਹੀ ਸਿੱਖ ਕੰਨੀ ਕਤਰਾ ਰਹੇ ਹਾਂ। ਅਸੀਂ ਜਪਣਾ ਨਹੀਂ ਚਾਹੁੰਦੇ, ਜਪਣਾ ਸਾਨੂੰ ਪਸੰਦ ਨਹੀਂ। ਜਪਨ ਨੂੰ ਅਸੀਂ ਇਹ ਵੀ ਆਖਦੇ ਹਾਂ ਕਿ ਤੇ ਐਵੇਂ ਮਸ਼ੀਨੀ ਇੱਕ ਰੈਪੀਟੇਸ਼ਨ ਹੈਗੀ ਏ, ਟੇਪ ਬੋਲੀ ਜਾਂਦੀ ਏ ਵਾਹਿਗੁਰੂ ਵਾਹਿਗੁਰੂ, ਤੇ ਉਦੋਂ ਕੀ ਫਰਕ ਪੈਂਦਾ ਹੈ। ਸੋ ਇਸ ਤਰ੍ਹਾਂ ਦੀਆਂ ਆਪਾਂ ਗੱਲਾਂ ਸਿੱਖ ਲੋਕਾਂ ਨੇ, ਸਿੱਖ ਪ੍ਰਚਾਰਕ ਲੋਕਾਂ ਨੇ ਬਣਾ ਕੇ ਸਾਨੂੰ ਸਮਝਾਈਆਂ ਨੇ, ਤੇ ਅਸੀਂ ਉਹਨਾਂ ਦੇ ਆਖੇ ਲੱਗਦੇ ਵੀ ਹਾਂ ਕਿ ਸੱਚਮੁੱਚ ਹੀ ਜਪਣ ਦੀ ਕੋਈ ਲੋੜ ਨਹੀਂ। ਇਹ ਜਿਹੜਾ ਜਪ ਸ਼ਬਦ ਹੈ, ਬੇਸ਼ੱਕ ਇਸ ਜਗ੍ਹਾ ਤੇ ਇਹ ਨਾਉਨ ਦੀ ਥਾਂ ਵਰਤਿਆ ਗਿਆ, ਨਾਮ ਦੀ ਥਾਂ ਤੇ, ਇਹ ਦੱਸਦਾ ਹੈ ਕਿ ਇਹ ਅੱਗੇ ਜਿਹੜੀ ਲਿਖਤ ਹੈ ਜੋ ਵੀ ਉਸ ਬਾਣੀ ਦਾ ਨਾਮ ਜਪ ਹੈ। ਤੇ ਇਹ ਜਪ ਜਿਹੜਾ ਨਾਮ ਹੈ ਇਹ ਕਿਸੇ ਪਾਸੇ ਨੂੰ ਸੰਕੇਤ ਕਰਦਾ ਹੈ, ਸਾਨੂੰ ਸਾਰਿਆਂ ਨੂੰ ਇਸ਼ਾਰਾ ਕਰਦਾ ਹੈ ਸਾਨੂੰ। ਉਹ ਆਪਾਂ ਇਹਦਾ ਇਸ਼ਾਰਾ ਸਮਝਣਾ। ਇੱਥੇ ਸ਼ਬਦ ਕੋਈ ਹੋਰ ਵੀ ਲਿਖਿਆ ਜਾ ਸਕਦਾ ਸੀ, ਬਾਣੀ ਨੂੰ ਨਾ ਕੋਈ ਹੋਰ ਵੀ ਦਿੱਤਾ ਜਾ ਸਕਦਾ ਸੀ, ਪਰ ਜਪ ਹੀ ਕਿਉਂ ਦਿੱਤਾ ਗਿਆ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ, ਉਸ ਦੀ ਜਿਹੜੀ ਬੁਨਿਆਦ ਹੈ ਉਹ ਜਪ ਤੇ ਹੀ ਖਲੋਤੀ ਹੈ, ਹੋਰ ਕਿਤੇ ਨਹੀਂ। ਗੁਰਬਾਣੀ ਵਿੱਚ ਸਤਿਗੁਰਾਂ ਨੇ ਫਰਮਾਇਆ, ਨਾਨਕ ਕੈ ਘਰ ਕੇਵਲ ਨਾਮ। ਉਸ ਨਾਮ ਦੇ ਆਸਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਦਾ ਮਹਿਲ ਖਲੋਤਾ ਹੈ। ਇਸ ਜਪ ਨੂੰ ਅਸੀਂ ਬਾਰ-ਬਾਰ ਪੜ੍ਹਨਾ, ਵਿਚਾਰਨਾ, ਸਮਝਣਾ, ਤੇ ਇਹਦੇ ਵਿੱਚ ਸਾਨੂੰ ਕੀ ਆਖਿਆ ਗਿਆ ਉਹਦੇ ਤੇ ਅਮਲ ਕਰਨਾ, ਇਹ ਸਾਡਾ ਮੁੱਢਲਾ ਫਰਜ਼ ਹੈ। ਨਾਂ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਨਾਮ ਹੁੰਦਾ ਹੈ ਸਾਰਥਿਕ, ਇੱਕ ਨਾਮ ਹੁੰਦਾ ਹੈ ਨਿਰਾਰਥਕ। ਨਿਰਾਰਥਕ ਨਾਮ ਹੁੰਦੇ ਨੇ, ਜਿਵੇਂ ਆਪਾਂ ਸ਼ਬਦ ਵਰਤ ਲੈਂਦੇ ਹਾਂ, ਪਾਣੀ ਧਾਣੀ, ਇਸ ਤਰ੍ਹਾਂ ਦੇ ਹੋਰ ਅਸੀਂ ਬੜੇ ਹੀ ਸ਼ਬਦ ਵਰਤਦੇ ਹਾਂ। ਸੁਣਾ ਬਈ ਤੈਨੂੰ ਨੌਕਰੀ ਸ਼ੌਕਰੀ ਮਿਲੀ ਕਿ ਨਹੀਂ, ਰੋਟੀ ਰਾਟੀ ਖਾ ਲਈ ਕਿ ਨਹੀਂ। ਇਹ ਜਿਹੜੇ ਪਿੱਛੇ ਅਸੀਂ ਸ਼ਬਦ ਲਗਾਉਂਦੇ ਹਾਂ, ਇਹ ਸਾਰੇ ਨਿਰਾਰਥਕ ਸ਼ਬਦ ਹੁੰਦੇ ਨੇ, ਨਿਰਾਰਥਕ ਨਾਮ ਹੁੰਦੇ ਨੇ। ਜਿਹੜੇ ਪਹਿਲੇ ਸ਼ਬਦ ਨੇ ਪਾਣੀ, ਰੋਟੀ, ਨੌਕਰੀ ਆਦਿ, ਉਹ ਸਾਰਥਿਕ ਸ਼ਬਦ ਨੇ। ਜਿਹੜੇ ਸਾਰਥਿਕ ਸ਼ਬਦ ਹੁੰਦੇ ਨੇ, ਉਹਨਾਂ ਸ਼ਬਦਾਂ ਦਾ ਕਿਸੇ ਪਾਸੇ ਨੂੰ ਇਸ਼ਾਰਾ ਹੁੰਦਾ ਹੈ। ਜਿਵੇਂ ਤੁਸੀਂ ਸੜਕ ਤੇ ਤੁਰੇ ਜਾਓ ਤੇ ਉਸ ਮੀਲ ਪੱਥਰ ਦੇ ਉੱਤੇ ਕੋਈ ਅੱਖਰ ਲਿਖੇ ਹੋਏ ਨੇ, ਨਾਮ ਲਿਖੇ ਹੋਏ ਨੇ ਕੋਈ, ਉਹਨਾਂ ਨਾਵਾਂ ਤੋਂ ਸਾਨੂੰ ਕੋਈ ਸੰਕੇਤ ਮਿਲਦਾ ਹੈ ਕਿ ਅੱਗੇ ਅਸੀਂ ਕਿੱਧਰ ਨੂੰ ਜਾਣਾ ਹੈ ਤੇ ਕਿੰਨੀ ਦੂਰ ਤੱਕ ਜਾਣਾ ਹੈ, ਤੇ ਤਾਂ ਸਾਡੀ ਮੰਜ਼ਿਲ ਆ ਜਾਏਗੀ। ਇਹ ਜਪ ਸ਼ਬਦ ਜਿਹੜਾ ਹੈ ਸਾਰਥਿਕ ਸ਼ਬਦ ਹੈ। ਇਹ ਜਪ ਸਾਨੂੰ ਕਿਸੇ ਪਾਸੇ ਨੂੰ ਸੰਕੇਤ ਕਰਦਾ ਹੈ, ਤੇ ਸੰਕੇਤ ਕਰਦਾ ਹੈ ਸਾਨੂੰ ਜਪਣ ਵਾਸਤੇ। ਜੇ ਤੁਸੀਂ ਜਪਣ ਦੇ ਅਰਥ ਪੜ੍ਹਨੇ ਹੋਣ ਤੇ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਫੋਲਣ ਦੀ ਥੋੜੀ ਜਿਹੀ ਖੇਚਲ ਕਰਿਆ ਜੇ, ਤੇ ਜਪ ਦੇ ਸਿਰਲੇਖ ਥੱਲੇ ਤੁਹਾਨੂੰ ਮਿਲ ਜਾਏਗਾ ਇਹਦਾ ਅਰਥ ਕੀ ਹੈ। ਜਪ ਦਾ ਸੰਖੇਪ ਜਿਹਾ ਮਤਲਬ ਹੁੰਦਾ ਹੈ ਕਿ ਆਪਣੀ ਰਸਨਾ ਦੇ ਨਾਲ ਬੋਲ ਬੋਲ ਕੇ
ਕਿਸੇ ਮੰਤਰ ਦਾ, ਕਿਸੇ ਸ਼ਬਦ ਦਾ, ਕਿਸੇ ਅੱਖਰ ਦਾ ਬਾਰ-ਬਾਰ ਉਚਾਰਨ ਕਰਨਾ, ਉਸ ਨੂੰ ਜਪ ਆਖਦੇ ਨੇ। ਜਿਵੇਂ ਆਪਾਂ ਵਾਹਿਗੁਰੂ 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 ਬੋਲੀਏ, ਇਹ ਜਪ ਹੋ ਜਾਂਦਾ। ਸੋ ਇਹ ਜਪ ਦੇ ਅਰਥ ਨੇ। ਫਿਰ ਅਸੀਂ ਸਮਝਣਾ ਵੀ ਜਪਣਾ ਕਿਸ ਨੂੰ ਹੈ। ਹੁਣ ਜਦੋਂ ਆਪਾਂ ਸਮਝਣਾ ਵੀ ਜਪਣਾ ਕਿਸ ਨੂੰ ਹੈ, ਤੇ ਇਸ ਜਪ ਦੇ ਬਿਲਕੁਲ ਨਾਲ ਬਾਣੀ ਸ਼ੁਰੂ ਕੀਤੀ ਗੁਰੂ ਨਾਨਕ ਸਾਹਿਬ ਨੇ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਸੱਚ ਨੂੰ ਜਪਣਾ ਜਿਹੜਾ ਆਦਿ ਕਾਲ ਤੋਂ ਹੈ, ਜਿਹੜਾ ਆਪਣੇ ਆਪ ਤੋਂ ਹੈ, ਜਿਹੜਾ ਸਾਡਾ ਸਭਨਾਂ ਦਾ ਕਰਤਾ ਹੈ, ਜਿਹੜਾ ਸਾਡੇ ਸਭਨਾਂ ਵਿੱਚ ਸਮਾਇਆ ਹੋਇਆ ਹੈ, ਉਸ ਨੂੰ ਆਪਾਂ ਜਪਣਾ ਹੈ। ਹੁਣ ਇੱਕ ਸਵਾਲ ਹੋਰ ਹੋ ਜਾਣਾ ਹੈ ਕਿ ਕਿੰਨਾ ਚਿਰ ਜਪਣਾ ਹੈ। ਕਈ ਮਹਾਂਪੁਰਸ਼ ਸਾਧੂ ਜਨ, ਸੰਤ ਜਨ, ਗਿਆਨਵਾੜ ਸੱਜਣ ਜਿਹੜੇ ਆਪ ਜਪਦੇ ਨੇ, ਉਹ ਸਾਨੂੰ ਜ਼ਿਆਦਾਤਰ ਆਖ ਦਿੰਦੇ ਨੇ ਤੁਸੀਂ 1.25 ਘੰਟਾ ਜਪ ਲਓ, ਤੁਸੀਂ 2.5 ਘੰਟੇ ਜਪ ਲਓ। ਤੇ ਉਹ ਕੋਈ ਮਾੜਾ ਨਹੀਂ ਕਰਦੇ, ਬਹੁਤ ਚੰਗਾ ਕਰਦੇ ਨੇ, ਬਹੁਤ ਚੰਗੀ ਸਾਨੂੰ ਸਿੱਖਿਆ ਦਿੰਦੇ ਨੇ। ਵਿਦਿਆਰਥੀ ਨੂੰ ਇਸ ਰਸਤੇ ਤੇ ਤੋਰਨ ਵਾਸਤੇ ਇਹ ਬਿਲਕੁਲ ਦਰੁਸਤ ਮਾਰਗ ਹੈ ਵੀ ਤੁਸੀਂ ਘੰਟੇ ਤੋਂ ਸ਼ੁਰੂ ਕਰੋ, ਅੱਧੇ ਘੰਟੇ ਤੋਂ ਸ਼ੁਰੂ ਕਰੋ। ਕਈ ਮਹਾਂਪੁਰਸ਼ ਮਾਲਾ ਫੜਾ ਦਿੰਦੇ ਨੇ ਵੀ ਇੰਨੀਆਂ ਮਾਲਾ ਮੂਲ ਮੰਤਰ ਦੀਆਂ ਕਰ ਲਓ, ਇੰਨੀ ਵਾਰੀ ਵਾਹਿਗੁਰੂ ਜਪ ਲਓ। ਸ਼ੁਰੂ ਵਿੱਚ ਉਹ ਬਿਲਕੁਲ ਠੀਕ ਹੈ, ਲੇਕਿਨ ਸਦਾ ਅਸੀਂ ਉਹਨੂੰ ਨਹੀਂ ਫੜ ਕੇ ਬੈਠੇ ਰਹਿਣਾ। ਸਿੱਖ ਨੇ ਉਸ ਤੋਂ ਅੱਗੇ ਜਾਣਾ। ਅੱਗੇ ਕਿੱਥੇ ਜਾਣਾ ਹੈ? ਗੁਰੂ ਸਾਹਿਬ ਨੇ ਆਖਿਆ ਕਿ ਉਸ ਪਰਮੇਸ਼ਵਰ ਨੂੰ ਸਾਸ ਸਾਸ ਸਿਮਰਨਾ ਹੈ ਤੁਸੀਂ। ਅਸੀਂ ਉਸ ਅਵਸਥਾ ਤੱਕ ਜਾਣਾ ਹੈ ਕਿ ਸਾਨੂੰ ਕਦੀ ਵਾਹਿਗੁਰੂ ਜੀ ਦਾ ਨਾਮ ਭੁੱਲੇ ਨਾ। ਕਿਸੇ ਰੂਪ ਵਿੱਚ ਆਪਾਂ ਯਾਦ ਕਰੀਏ, ਬਾਣੀ ਦੇ ਪਾਠ ਦੇ ਰੂਪ ਵਿੱਚ ਯਾਦ ਕਰੀਏ, ਕੀਰਤਨ ਰੂਪ ਵਿੱਚ ਯਾਦ ਕਰੀਏ, ਕਥਾ ਵਿਚਾਰ ਦੇ ਰੂਪ ਵਿੱਚ ਯਾਦ ਕਰੀਏ, ਜਾਂ ਜਪ ਦੇ ਰੂਪ ਵਿੱਚ ਯਾਦ ਕਰੀਏ, ਉਂਝ ਹੀ ਕਿਸੇ ਨਾਲ ਬਹਿ ਕੇ ਗੱਲਾਂ ਬਾਤਾਂ ਕਰੀਏ, ਜਾਂ ਇਕੱਲੇ ਬੈਠ ਕੇ ਨੇਤਰ ਬੰਦ ਕਰਕੇ ਉਹਦੇ ਬਾਰੇ ਸੋਚੀਏ। ਉਹਦੇ ਬਾਰੇ ਅਸੀਂ ਕਿਵੇਂ ਸੋਚ ਸਕਦੇ ਹਾਂ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ, ਜਿਹੜਾ ਦਿਸਦਾ ਨਹੀਂ, ਜਿਹਨੂੰ ਅਸੀਂ ਜਾਣਦੇ ਪਹਿਚਾਣਦੇ ਨਹੀਂ। ਇਹਦਾ ਮਤਲਬ ਹੁੰਦਾ ਹੈ ਕਿ ਅਸੀਂ ਆਪਣੇ ਆਪੇ ਬਾਰੇ ਸੋਚਣਾ। ਮੈਂ ਕੌਣ ਹਾਂ? ਬੜੇ ਮਹਾਂਪੁਰਸ਼ ਇਹ ਸਵਾਲ ਖੜਾ ਕਰ ਰਹੇ ਨੇ ਅੱਜ ਕਿ ਜਿਸ ਵੀ ਜਗਿਆਸੂ ਨੇ ਇਸ ਰਾਹ ਤੇ ਤੁਰਨਾ ਹੈ, ਉਹ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੇ ਤੇ ਆਪਣੇ ਆਪ ਨੂੰ ਪੁੱਛੇ, ਮੈਂ ਕੌਣ ਹਾਂ? ਕੀ ਮੈਂ ਹੱਥ ਪੈਰ ਹਾਂ? ਕੀ ਮੈਂ ਸਿਰ ਹਾਂ? ਕੀ ਮੈਂ ਲੱਤਾਂ ਬਾਹਾਂ ਹਾਂ? ਕੀ ਮੈਂ ਸਰੀਰ ਹਾਂ? ਇਹ ਸਵਾਲ ਕਰਨਾ ਹੈ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ। ਜਿਵੇਂ ਜਿਵੇਂ ਸਵਾਲ ਸਾਡੇ ਅੰਦਰ ਗਹਿਰਾ ਹੁੰਦਾ ਜਾਏਗਾ, ਤਿਵੇਂ ਤਿਵੇਂ ਅਸੀਂ ਪਾਵਾਂਗੇ ਕਿ ਸਾਨੂੰ ਉਸ ਦੀ ਝਲਕ ਮਿਲਣੀ ਸ਼ੁਰੂ ਹੋ ਜਾਏਗੀ ਜੋ ਮੈਂ ਹਾਂ। ਹੁਣ ਤੱਕ ਤੇ ਸਾਨੂੰ ਇਹ ਪਤਾ ਹੀ ਨਹੀਂ ਸੀ ਕਿ ਮੈਂ ਕੌਣ ਹਾਂ। ਅਸੀਂ ਕਦੀ ਸੋਚਿਆ ਵੀ ਨਹੀਂ ਸੀ ਮੈਂ ਕੌਣ ਹਾਂ। ਅਸੀਂ ਕਦੀ ਕਿਸੇ ਨੂੰ ਪੁੱਛਿਆ ਵੀ ਨਹੀਂ ਸੀ ਮੈਂ ਕੌਣ ਹਾਂ। ਇੱਕ ਮਹਾਂਪੁਰਸ਼ ਆਪਣੇ ਕਮਰੇ 'ਚ ਬੈਠੇ ਭਜਨ ਕਰਦੇ ਸਨ ਤੇ ਕਿਸੇ ਜਗਿਆਸੂ ਨੇ, ਤੁਹਾਡੇ ਵਰਗੇ ਪ੍ਰੇਮੀ ਨੇ ਆ ਕੇ ਦਰਵਾਜ਼ਾ ਖੜਕਾਇਆ ਤੇ ਮਹਾਂਪੁਰਸ਼ ਅੰਦਰੋਂ ਬੈਠੇ ਬੈਠੀ ਆਖਦੇ ਨੇ, ਭਾਈ ਕੌਣ ਹੈ? ਤੇ ਉਹ ਬਾਹਰਲੇ ਸੱਜਣ ਕਹਿੰਦੇ ਨੇ, ਇਹੋ ਹੀ ਪੁੱਛਣ ਆਇਆ ਮੈਂ ਕੌਣ ਹਾਂ। ਇਹੋ ਹੀ ਗੱਲ ਮੈਂ ਪੁੱਛਣ ਲਈ ਤੁਹਾਡੇ ਕੋਲ ਆਇਆ। ਦਰਵਾਜ਼ਾ ਖੋਲੋ ਤੇ ਮੈਨੂੰ ਦੱਸੋ ਮੈਂ ਕੌਣ ਹਾਂ। ਕਿਸੇ ਨੇ ਨਹੀਂ ਦੱਸਣਾ ਤੂੰ ਕੌਣ ਹੈ। ਇਹ ਆਪ ਹੀ ਖੋਜਣਾ ਪੈਣਾ ਹੈ, ਆਪ ਹੀ ਲੱਭਣਾ ਪੈਣਾ ਹੈ। ਸੋ ਇਹ ਆਪਾਂ ਜਦੋਂ ਲੱਭਣਾ ਹੈ, ਇਹਨੂੰ ਵੇਖਦਿਆਂ ਵੇਖਦਿਆਂ ਅਸੀਂ ਉਸ ਦਾ ਝਲਕਾਰਾ ਪਾ ਲੈਣਾ ਹੈ ਜੋ ਮੈਂ ਹਾਂ, ਜੋ ਸਾਡਾ ਆਪਣਾ ਆਪਾ ਹੈ। ਇਹਦੇ ਲਈ ਫਿਰ ਸਾਨੂੰ ਜਪ ਦੀ, ਸਿਮਰਨ ਦੀ ਤੇ ਧਿਆਨ ਦੀ ਲੋੜ ਪੈਣੀ ਹੈ। ਸੋ ਇਹ ਆਪਾਂ ਨੇ ਜਪ ਸ਼ੁਰੂ ਕਰਨਾ ਹੈ ਤੇ ਉਸ ਵਾਹਿਗੁਰੂ ਜੀ ਨੂੰ ਜਪਣਾ ਹੈ ਤੇ ਲੰਮਾ ਸਮਾਂ ਜਪਣਾ ਹੈ। ਜਪਦੇ ਹੀ ਰਹਿਣਾ ਹੈ, ਹਟਣਾ ਹੀ ਨਹੀਂ। ਗੱਲ ਇਹ ਆ
ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ ਸਭ ਧਿਆਵੋ। ਵੇਖੋ ਉਹਨਾਂ ਨੇ ਕਿਸੇ ਨੂੰ ਨਹੀਂ ਛੱਡਿਆ ਵੀ ਇਕੱਲੇ ਸਿੱਖ ਧਿਆਉਣ ਜਾਂ ਇਕੱਲੇ ਹਿੰਦੂ ਧਿਆਉਣ ਜਾਂ ਇਕੱਲੇ ਮੁਸਲਿਮ ਧਿਆਉਣ, ਇਸ ਤਰ੍ਹਾਂ ਨਹੀਂ ਆਖਿਆ। ਉਹਨਾਂ ਨੇ ਆਖਿਆ ਸਭ ਧਿਆਵੋ। ਇਸੇ ਲਈ ਆਪਾਂ ਜਾਂ ਸਾਡੇ ਮਹਾਂਪੁਰਸ਼ ਸਿਆਣੇ ਜਿਹੜੇ ਪ੍ਰਚਾਰਕ ਸੱਜਣ ਨੇ ਉਹ ਕਹਿੰਦੇ ਨੇ ਕਿ ਗੁਰਬਾਣੀ ਸਭਨਾਂ ਲਈ ਸਾਂਝੀ ਹੈ। ਇਹਦਾ ਮਤਲਬ ਇਹੋ ਹੀ ਹੈ ਕਿ ਸਭ ਧਿਆਵੋ, ਸਾਰੇ ਜਨੇ ਭਾਈ ਉਸ ਵਾਹਿਗੁਰੂ ਦਾ ਧਿਆਨ ਕਰੋ, ਆਪਣੇ ਅੰਦਰ ਝਾਤੀ ਮਾਰੋ, ਪੁੱਛੋ ਮੈਂ ਕੌਣ ਹਾਂ। ਜਿਵੇਂ ਜਿਵੇਂ ਅੰਦਰ ਜਾਵਾਂਗੇ ਅੰਦਰੋਂ ਸਮਝ ਪਵੇਗੀ ਕਿ ਕਿਹਨੂੰ ਧਿਆਉਣਾ ਹੈ, ਧਿਆਨ ਕਿਹਦਾ ਕਰਨਾ। ਇਹ ਬਾਹਰੋਂ ਨਹੀਂ ਜੀ ਦੱਸਿਆ ਜਾ ਸਕਦਾ। ਕਈ ਵਾਰੀ ਕਈ ਸੱਜਣ ਪੁੱਛਦੇ ਨੇ, ਸੋ ਇਹ ਗੱਲ ਨਹੀਂ ਦੱਸੀ ਜਾ ਸਕਦੀ ਕਿਹਨੂੰ ਧਿਆਉਣਾ, ਕਿਉਂਕਿ ਉਹਦਾ ਕੋਈ ਆਕਾਰ ਹੋਵੇ ਤੇ ਕੋਈ ਸਿਆਣਾ ਬੰਦਾ ਉਹਦੀ ਫੋਟੋ ਖਿੱਚੇ ਤੇ ਤੁਹਾਨੂੰ ਵਿਖਾ ਦੇਵੇ ਵੀ ਇਹਨੂੰ ਜਪਣਾ। ਐਸਾ ਹੈ ਨਹੀਂ। ਇਹ ਆਪ ਹੀ ਖੋਜ ਕਰਨੀ ਪੈਣੀ ਹੈ ਕਿ ਮੈਂ ਕਿਹਨੂੰ ਜਪਣਾ। ਸਭ ਧਿਆਵੋ ਆਦ ਸਤੇ, ਸਤੇ ਤੋਂ ਭਾਵ ਜਿਹੜਾ ਸੱਚ ਹੈ। ਜੁਗਾਦ ਸਤੇ, ਪ੍ਰਤੱਖ ਸਤੇ। ਹੁਣ ਇਸ ਪ੍ਰਗਟ ਰੂਪ ਵਿੱਚ ਉਹ ਜ਼ਾਹਰਾ ਰੂਪ ਵਿੱਚ ਸਾਡੇ ਸਾਹਮਣੇ ਹੈ, ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਆਪਾਂ ਜਿੱਦਣ ਪਹਿਲੇ ਦਿਨ ਗੱਲ ਸ਼ੁਰੂ ਕੀਤੀ ਸੀ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਤੇ, ਵੀ ਆਪਾਂ ਇਹ ਸਿਧਾਂਤਕ ਗੱਲਾਂ ਬਾਤਾਂ ਕਰਨੀਆਂ ਨੇ, ਗੁਰਮਤਿ ਦੇ ਸਿਧਾਂਤ ਕੀ ਨੇ। ਉਸ ਦਿਨ ਆਪਾਂ ਇਹ ਗੱਲ ਸਮਝੀ ਸੀ ਕਿ ਆ ਜਿਹੜਾ ਵਿੱਚ ਖਾਲੀ ਜਗ੍ਹਾ ਨਾ ਜਿੰਨੀ, ਇਹਦੇ ਵਿੱਚ ਵੀ ਰੱਬ ਹੈ, ਇਹਦੇ ਵਿੱਚ ਵੀ ਪਰਮਾਤਮਾ ਹੈ, ਸਾਨੂੰ ਨਜ਼ਰ ਨਹੀਂ ਆਉਂਦਾ। ਇਹਨੂੰ ਵੇਖਣ ਲਈ ਉਦਣ ਆਪਾਂ ਇੱਕ ਹਲਕਾ ਜਿਹਾ ਪ੍ਰਯੋਗ ਦੱਸਿਆ ਸੀ, ਉਹ ਤੁਸੀਂ ਕਰਕੇ ਵੇਖਣਾ, ਸਹਿਜੇ ਸਹਿਜੇ ਪਾਓਗੇ ਕਿ ਇਸ ਖਾਲੀ ਵਿੱਚੋਂ ਵੀ ਕੁਝ ਨਜ਼ਰ ਆਏਗਾ, ਤੁਹਾਨੂੰ ਕੁਝ ਦਿਸੇਗਾ। ਜੋ ਵੀ ਦਿਸੇ ਉਹ ਉਹਦਾ ਹੀ ਰੂਪ ਹੋਏਗਾ, ਉਹਦਾ ਹੀ ਝਲਕਾਰਾ ਹੋਏਗਾ, ਆਏਗਾ ਜ਼ਰੂਰ, ਦਿਸੇਗਾ ਜ਼ਰੂਰ, ਇਹ ਪੱਕੀ ਗੱਲ ਹੈ। ਸੋ ਆਪਾਂ ਜਪ ਕਰਨਾ ਹੈ, ਜਪ ਕਰਦਿਆਂ ਕਰਦਿਆਂ ਉਸ ਵਾਹਿਗੁਰੂ ਜੀ ਨੂੰ ਵੇਖਣਾ ਹੈ, ਉਹਦਾ ਦਰਸ਼ਨ ਕਰਨਾ ਹੈ, ਦਰਸ਼ਨ ਕਰਦਿਆਂ ਕਰਦਿਆਂ ਉਹਦੇ ਵਿੱਚ ਲੀਨ ਹੋਣਾ। ਇਹ ਸੀ ਏਕੇ ਦਾ ਸਿਧਾਂਤ। ਉਸ ਇੱਕ ਵਿੱਚ ਅਸੀਂ ਸਮਾ ਜਾਣਾ, ਇੱਕ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਤੇ ਫਿਰ ਉਹਦੇ ਤੋਂ ਨਿਖੜਨ ਨਹੀਂ ਦੇਣਾ। ਸੋ ਮੈਂ ਆਪ ਜੀ ਨਾਲ ਗੱਲ ਕੀਤੀ ਸੀ ਕਿ ਜਿਹੜਾ ਜਪ ਸ਼ਬਦ ਹੈ, ਇਹਦੇ ਤੋਂ ਸਿੱਖ ਥੋੜਾ ਕਿਨਾਰਾ ਕਰਦੇ ਜਾ ਰਹੇ ਨੇ ਦਿਨੋਂ ਦਿਨ, ਵੀ ਇਹ ਜਪ ਐਵੇਂ ਫਾਲਤੂ ਹੀ, ਇਹਦੀ ਜਪਣ ਦੀ ਕੋਈ ਲੋੜ ਨਹੀਂ। ਕੱਲ ਪਰਸੋਂ ਨਾ ਮੈਨੂੰ ਇੱਕ ਕਲਿੱਪ ਕਿਸੇ ਨੇ ਛੋਟਾ ਜਿਹਾ ਭੇਜਿਆ, ਤੇ ਉਹ ਜਿਹੜੇ ਸੱਜਣ ਉਸ ਕਲਿੱਪ ਵਿੱਚ ਬੋਲਦੇ ਨੇ ਪਏ, ਉਹ ਇਹ ਕਹਿ ਰਹੇ ਨੇ, ਮੈਨੂੰ ਲੱਗਦਾ ਉਹ ਕਿਤੇ ਕਾਨਪੁਰ ਕਥਾ ਕਰ ਰਹੇ ਨੇ, ਤੇ ਉਹ ਕਹਿੰਦੇ ਨੇ ਵੀ ਜੇ ਮੈਂ 2 ਘੰਟੇ ਕਾਨਪੁਰ 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 ਬੋਲਦਾ ਰਵਾਂ ਤੇ ਮੈਨੂੰ ਕੀ ਮਿਲੇਗਾ। ਉਹ ਤਰਕ ਵੇਖੋ ਕਿੰਨਾ ਵਧੀਆ ਉਹਨਾਂ ਦਾ, ਇੱਕਦਮ ਠੀਕ ਹੈ, ਕੋਈ ਗਲਤ ਨਹੀਂ ਉਹਨਾਂ ਆਖਿਆ ਵੀ ਜੇ ਮੈਂ ਕਾਨਪੁਰ ਕਾਨਪੁਰ 2 ਘੰਟੇ ਬੋਲੀ ਜਾਵਾਂ, ਸਵੇਰੇ 2 ਘੰਟੇ ਸ਼ਾਮ ਨੂੰ, ਤੇ ਮੈਨੂੰ ਕੀ ਮਿਲੇਗਾ। ਤੇ ਅਖੀਰ ਤੇ ਉਹਨਾਂ ਨੇ ਆਖਿਆ ਇਹੋ ਜਿਹੇ ਜਪ ਦੀ ਕੋਈ ਲੋੜ ਨਹੀਂ। ਫਿਰ ਉਹਨਾਂ ਨੇ ਵਾਹਿਗੁਰੂ ਸ਼ਬਦ ਉੱਤੇ ਵੀ ਤਰਕ ਕੀਤਾ। ਵਾਹਿਗੁਰੂ ਸ਼ਬਦ ਉੱਤੇ ਤਰਕ ਇਹ ਸੀ ਕਿ ਕਿਸੇ ਵੀ ਗੁਰੂ ਨੇ ਵਾਹਿਗੁਰੂ ਸ਼ਬਦ ਗੁਰਬਾਣੀ ਵਿੱਚ ਨਹੀਂ ਲਿਖਿਆ। ਕਿਸੇ ਵੀ ਗੁਰੂ ਨੇ ਗੁਰਬਾਣੀ ਦੇ ਵਿੱਚ ਵਾਹਿਗੁਰੂ ਸ਼ਬਦ ਨਹੀਂ ਲਿਖਿਆ, ਯਾਨੀ ਇਕੱਠਾ ਗੁਰੂ ਵਾਹ ਜਾਂ ਇਸ ਤਰ੍ਹਾਂ ਲਿਖਿਆ ਹੋਇਆ ਮਿਲਦਾ ਹੈ, ਪਰ ਵਾਹਿਗੁਰੂ ਜਿਵੇਂ ਅਸੀਂ ਉਚਾਰਦੇ ਹਾਂ ਇਸ ਤਰ੍ਹਾਂ ਦਾ ਕਿਸੇ ਵੀ ਗੁਰੂ ਜੀ ਨੇ ਨਹੀਂ ਲਿਖਿਆ। ਤੇ ਫਿਰ ਇਹ ਵਾਹਿਗੁਰੂ ਕਿਵੇਂ ਜਪਣਾ ਹੋ ਗਿਆ ਜਦ ਕਿਸੇ ਗੁਰੂ ਨੇ ਲਿਖਿਆ ਹੀ ਨਹੀਂ। ਫਿਰ ਅੱਗੇ ਉਹਨਾਂ ਨੇ ਆਖਿਆ ਇਹ ਵਾਹਿਗੁਰੂ ਸ਼ਬਦ ਭੱਟਾਂ ਨੇ ਲਿਖਿਆ। ਉਹਨਾਂ ਨੇ ਉਹਦੀ ਗਿਣਤੀ ਵੀ ਦੱਸੀ, ਪਤਾ ਨਹੀਂ 12 ਵਾਰੀ ਕਿ 13 ਵਾਰੀ, ਵੀ ਭੱਟਾਂ ਨੇ ਲਿਖਿਆ, ਗੁਰੂਆਂ ਨੇ ਨਹੀਂ ਲਿਖਿਆ। ਤੁਸੀਂ ਥੋੜਾ ਜਿਹਾ ਧਰਮੇ ਨਾਲ ਸੋਚਣਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆ ਕੇ ਮੱਥਾ ਟੇਕਦੇ ਹਾਂ, ਉਦੋਂ ਭਲਾ ਆਪਾਂ ਭੱਟਾਂ ਨੂੰ ਪਰੇ ਕਰਕੇ ਫਿਰ ਮੱਥਾ ਟੇਕਦੇ ਹਾਂ ਕਿ ਭੱਟਾਂ ਸਣੇ ਹੀ ਮੱਥਾ ਟੇਕਦੇ ਹਾਂ।
ਜੇ ਤੇ ਭੱਟਾਂ ਦੇ ਸਮੇਤ ਮੱਥਾ ਟੇਕਦੇ ਆ ਕਿ ਭੱਟ ਵੀ ਵਿੱਚ ਹੀ ਰਹਿਣ ਤੇ ਅਸੀਂ ਮੱਥਾ ਟੇਕ ਲਈਏ, ਫਿਰ ਤੇ ਉਹ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਉਹ ਭੱਟਾਂ ਨੇ ਨਹੀਂ ਲਿਖਿਆ, ਉਹ ਗੁਰੂ ਨਾਨਕ ਸਾਹਿਬ ਨੇ ਹੀ ਲਿਖਿਆ। ਤੇ ਜੇ ਅਸੀਂ ਭੱਟਾਂ ਨੂੰ ਵੱਖਰਿਆਂ ਕਰਕੇ ਬਾਹਰ ਕੱਢ ਕੇ ਮੱਥਾ ਟੇਕਣਾ ਹੈ ਤੇ ਫਿਰ ਠੀਕ ਹੈ, ਫਿਰ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਵਾਸਤਾ ਵੀ ਕੋਈ ਨਹੀਂ ਰਹਿ ਜਾਣਾ। ਸੋ ਇਹੋ ਜਿਹੀਆਂ ਵਿਚਾਰਾਂ ਕੁਛ ਇਹੋ ਜਿਹੇ ਲੋਕ ਦੇ ਰਹੇ ਨੇ ਜਿਹੜੇ ਆਪ ਨਹੀਂ ਜਪਦੇ ਤੇ ਦੂਜਿਆਂ ਨੂੰ ਵੀ ਮਨਾ ਕਰਦੇ ਨੇ ਕਿ ਇਹੋ ਜਿਹੇ ਜਪਣ ਦੀ ਕੋਈ ਲੋੜ ਨਹੀਂ। ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਵਿਚਾਰ ਇਸੇ ਗੱਲ ਤੇ ਸਾਂਝੀ ਕਰਨਾ ਚਾਹਾਂਗਾ। ਕਾਨਪੁਰ ਵਿੱਚ ਤੇ ਵਾਹਿਗੁਰੂ ਵਿੱਚ, ਇਹਨਾਂ ਦੋ ਸ਼ਬਦਾਂ ਵਿੱਚ ਬਹੁਤ ਵੱਡਾ ਅੰਤਰ ਹੈ। ਅਸੀਂ ਕਿਸੇ ਵੀ ਤਰ੍ਹਾਂ ਵਾਹਿਗੁਰੂ ਸ਼ਬਦ ਨੂੰ ਕਿਸੇ ਕਾਨਪੁਰ ਨਾਲ, ਕਿਸੇ ਅੰਮ੍ਰਿਤਸਰ ਨਾਲ, ਕਿਸੇ ਹੇਮਕੁੰਡ ਨਾਲ, ਕਿਸੇ ਵੱਡੇ ਤੋਂ ਵੱਡੇ ਜਿਹਨੂੰ ਅਸੀਂ ਪਵਿੱਤਰ ਸ਼ਹਿਰ ਆਖਦੇ ਹਾਂ, ਉਹਦੇ ਨਾਲ ਤੁਲਨਾ ਨਹੀਂ ਕਰ ਸਕਦੇ। ਵਾਹਿਗੁਰੂ ਸ਼ਬਦ ਦੀ ਕਿਸੇ ਸ਼ਹਿਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਅਸਲ ਵਿੱਚ ਹੁੰਦਾ ਕੀ ਹੈ ਕਿ ਜਿਸ ਸ਼ਬਦ ਨੂੰ ਆਪਾਂ ਜਪਣਾ ਹੈ, ਉਹਦੇ ਪਿੱਛੇ ਇੱਕ ਹੈਸੀਅਤ ਹੈ, ਉਹਦੇ ਪਿੱਛੇ ਇੱਕ ਹਸਤੀ ਹੈ, ਉਹਦੇ ਪਿੱਛੇ ਇੱਕ ਸ਼ਕਤੀ ਕੰਮ ਕਰਦੀ। ਅਸੀਂ ਉਸ ਨੂੰ ਜਪਣਾ, ਨਾ ਕਿ ਅਸੀਂ ਅੱਖਰਾਂ ਨੂੰ ਜਪਣਾ। ਹੁਣ ਅਸੀਂ ਜੇ ਨਾਨਕ ਸ਼ਬਦ ਨੂੰ ਸਮਝ ਲਈਏ, ਇੱਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਨਾਨਕ, ਤੇ ਬਹੁਤ ਸਾਰੇ ਸਿੱਖਾਂ ਨੇ ਨਾਨਕ ਸਿੰਘ ਵੀ ਨਾਂ ਰੱਖੇ ਹੁੰਦੇ ਨੇ, ਬਹੁਤ ਸਾਰੇ ਹਿੰਦੂਆਂ ਨੇ ਨਾਨਕ ਚੰਦ ਨਾਂ ਵੀ ਰੱਖੇ ਹੁੰਦੇ ਨੇ, ਨਾਨਕ ਦਾਸ ਨਾਂ ਵੀ ਰੱਖੇ ਹੁੰਦੇ ਨੇ। ਹੁਣ ਸ਼ਬਦ ਵਿੱਚ ਕੋਈ ਵੀ ਫਰਕ ਨਹੀਂ, ਨਾਨਕ ਨੂੰ ਅੱਖਰ ਉਹੋ ਹੀ ਲੱਗਣਗੇ, ਚਾਹੇ ਉਹ ਸਿੱਖ ਦੇ ਨਾਂ ਨਾਲ ਜੋੜ ਲਓ, ਚਾਹੇ ਹਿੰਦੂ ਦੇ ਨਾਂ ਨਾਲ ਜੋੜ ਲਓ, ਤੇ ਚਾਹੇ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੋੜ ਲਓ। ਨਾਨਕ ਸ਼ਬਦ ਵਿੱਚ ਕੋਈ ਵੀ ਅੰਤਰ ਨਹੀਂ, ਕੋਈ ਵੀ ਫਰਕ ਨਹੀਂ, ਲੇਕਿਨ ਉਹਦੇ ਪਿੱਛੇ ਕੋਈ ਜਿਹੜੀ ਸ਼ਖਸੀਅਤ ਹੈ, ਉਹਦਾ ਅੰਤਰ ਹੈ, ਉਹਦਾ ਫਰਕ ਹੈ। ਹੁਣ ਜੇ ਮੇਰੇ ਵਰਗੇ ਬੰਦੇ ਨੇ ਗੁਰੂ ਨਾਨਕ ਆਪਣਾ ਨਾਨਕ ਸਿੰਘ ਰੱਖ ਲਿਆ, ਤੇ ਕੀ ਮੈਨੂੰ ਵੀ ਲੋਕ ਉਸ ਤਰ੍ਹਾਂ ਮੱਥੇ ਟੇਕਣਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਟੇਕਦੇ ਨੇ? ਆ ਪਿੱਛੇ ਜੀ ਅਸੀਂ ਵੇਖਿਆ, ਉਹ SGPC ਦਾ ਕੋਈ ਮੁਲਾਜ਼ਮ ਸੀ, ਵੱਡਾ ਅਹੁਦੇਦਾਰ, ਉਹਦਾ ਨਾਂ ਗੋਬਿੰਦ ਸਿੰਘ ਸੀ। ਹੁਣ ਕੀ ਉਹ ਗੋਬਿੰਦ ਸਿੰਘ ਬਣ ਗਿਆ ਨਾਂ ਰਖਵਾ ਕੇ? ਪਿੱਛੇ ਹੈਸੀਅਤ ਕੀ ਹੈ ਉਹ ਸ਼ਬਦ ਦੇ ਪਿੱਛੇ, ਉਹ ਵੇਖਣ ਵਾਲੀ ਗੱਲ ਹੁੰਦੀ ਹੈ। ਉਹ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨਹੀਂ ਬਣ ਸਕਦਾ, ਨਾਨਕ ਸਿੰਘ ਕਦੀ ਗੁਰੂ ਨਾਨਕ ਨਹੀਂ ਬਣ ਸਕਦਾ, ਇਸੇ ਤਰ੍ਹਾਂ ਕਾਨਪੁਰ ਕਦੀ ਵਾਹਿਗੁਰੂ ਨਹੀਂ ਬਣ ਸਕਦਾ। ਹੁਣੇ ਪਿੱਛੇ ਜੇ ਇੱਕ ਵੱਡੀ ਤਬਦੀਲੀ ਆਈ ਹੈ ਪੰਜਾਬ ਵਿੱਚ, ਤੁਸੀਂ ਨਾਂ ਸੁਣਿਆ ਹੋਣਾ ਚਰਨਜੀਤ ਸਿੰਘ ਚੰਨੀ। ਉਹ ਪਹਿਲਾਂ ਵੀ ਇੱਥੇ ਹੀ ਸੀ, ਉਹਨੂੰ ਕੋਈ ਵੀ ਨਹੀਂ ਸੀ ਜਾਣਦਾ। ਜਿੱਦਣ ਦਾ ਉਹਦੇ ਨਾਂ ਦੇ ਨਾਲ ਇੱਕ ਹੈਸੀਅਤ ਜੁੜੀ ਏ CM ਦੀ, ਉਸ ਦਿਨ ਦੀ ਉਹਦੇ ਸਾਹਮਣੇ ਪੂਰੇ ਪੰਜਾਬ ਦੀ ਪੁਲਿਸ ਥਰ-ਥਰ ਕੰਬਦੀ ਏ। ਜਿੰਨੇ ਆਫੀਸਰ ਨੇ ਪੂਰੇ ਪੰਜਾਬ ਦੇ, ਉਹ ਚੇਤੰਨ ਹੋ ਗਏ ਨੇ। ਉਹ ਚੰਨੀ ਪਹਿਲਾਂ ਵੀ ਉੱਥੇ ਹੀ ਸੀ। ਉਹਦੇ ਨਾਮ ਦੇ ਨਾਲ ਇੱਕ ਹਸਤੀ ਜੁੜ ਗਈ ਏ। ਅਸੀਂ ਜਦੋਂ ਵਾਹਿਗੁਰੂ ਆਖਦੇ ਆ ਨਾ ਜੀ, ਅਸੀਂ ਅੱਖਰਾਂ ਨੂੰ ਨਹੀਂ ਵਾਹਿਗੁਰੂ ਆਖਦੇ, ਅਸੀਂ ਵਾਹਿਗੁਰੂ ਆਖਦੇ ਹਾਂ ਉਸ ਹਸਤੀ ਨੂੰ, ਜਿਹੜੀ ਹਸਤੀ ਨੇ ਬ੍ਰਹਿਮੰਡੀ ਰਚਨਾ ਨੂੰ ਰਚਿਆ ਹੈ, ਜਿਹੜੀ ਹਸਤੀ ਨੇ ਸਾਡੀ ਰਚਨਾ ਕੀਤੀ ਹੈ, ਜਿਸ ਹਸਤੀ ਤੋਂ ਬਿਨਾਂ ਸਾਡਾ ਸਰਦਾ ਹੀ ਨਹੀਂ। ਸੋ ਅਸੀਂ ਉਸ ਨੂੰ ਜਪਣਾ ਹੈ ਜੀ, ਤੇ ਹਰ ਹਾਲਤ ਵਿੱਚ ਜਪਣਾ ਹੈ। ਇਹੋ ਜਿਹੇ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣ ਦੀ ਲੋੜ। ਤੁਸੀਂ ਗੁਰਬਾਣੀ ਆਪ ਪੜ੍ਹਿਆ ਕਰੋ, ਸਮਝ ਆ ਜਾਏਗੀ ਕਿ ਜਪਣਾ ਹੈ ਕਿ ਨਹੀਂ ਜਪਣਾ। ਬਾਹਰ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਆਖਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਉਸ ਰਸਨਾ ਨੂੰ ਤੇ ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਹੈ ਜਿਹੜੀ ਨਾਮ ਨਹੀਂ ਜਪਦੀ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਨਾਮ ਜਪਣ ਦੀ ਬੜੀ ਗੱਲ ਕੀਤੀ ਹੈ ਜੀ ਗੁਰਬਾਣੀ ਵਿੱਚ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੇ।
ਸੋ ਇਹ ਗੱਲ ਆਪਾਂ ਧਿਆਨ ਵਿੱਚ ਰੱਖ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਬਾਰ-ਬਾਰ ਜਪਣਾ ਹੈ। ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤੰਤਰ ਪੀਐ। ਬਾਰ ਜਪਣਾ ਹੈ ਉਸ ਮਾਲਕ ਨੂੰ, ਤੇ ਕਿਸੇ ਅੱਖਰਾਂ ਨੂੰ ਨਹੀਂ ਜਪਣਾ, ਕਿਸੇ ਨਿਰਾਰਥਕ ਨਾਮ ਨੂੰ ਨਹੀਂ ਜਪਣਾ। ਅਸੀਂ ਸਾਰਥਕ ਨਾਮ ਨੂੰ ਜਪਣਾ ਹੈ, ਤੇ ਉਸ ਨਾਮ ਨੂੰ ਜਪਣਾ ਹੈ ਜਿਹਦੇ ਪਿੱਛੇ ਬਹੁਤ ਵੱਡੀ ਹੈਸੀਅਤ ਹੈ। हैसियत भी की है, कोट ब्रह्मांड को ठाकुर स्वामी, सर्व जियां का दाता रे, प्रतिपालै नित सार संभालै, एक गुण नहीं मूर्ख जाता रे। ਅਸੀਂ ਉਸ ਮਾਲਕ ਨੂੰ ਜਪਣਾ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਜਿਹਦਾ ਨਾ ਉਰਲਾ ਬੰਨਾ ਤੇ ਨਾ ਪਰਲਾ ਬੰਨਾ ਨਹੀਂ ਲੱਭਦਾ। ਉਸ ਮਾਲਕ ਨੂੰ ਜਪ ਕੇ ਆਪਾਂ ਉਸ ਮਾਲਕ ਵਿੱਚ ਲੀਨ ਹੋਣਾ ਹੈ ਜੀ। ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ, ਗੁਰਬਾਣੀ ਨੂੰ ਸਮਝਣਾ ਹੈ। ਜਿਵੇਂ ਸਾਨੂੰ ਗੁਰਬਾਣੀ ਆਖੇ ਅਸੀਂ ਉਸ ਤਰ੍ਹਾਂ ਕਰਨਾ ਹੈ। ਨਾ ਤੁਸੀਂ ਮੇਰੇ ਆਖੇ ਲੱਗੋ ਤੇ ਨਾ ਕਿਸੇ ਹੋਰ ਦੇ ਆਖੇ ਲੱਗੋ। ਬਸ ਇੱਕੋ ਗੱਲ ਹੈ, ਬਚਨ ਮੰਨੋ ਗੁਰੂ ਦਾ। ਜੋ ਗੁਰੂ ਜੀ ਆਖਦੇ ਨੇ ਉਹ ਭਲਾ ਆਖਦੇ ਨੇ, ਉਹ ਚੰਗਾ ਆਖਦੇ ਨੇ। ਆਪਾਂ ਗੁਰੂ ਜੀ ਦਾ ਬਚਨ ਮੰਨ ਕੇ ਉਹਦੇ ਮੁਤਾਬਕ ਆਪਣਾ ਜੀਵਨ ਜੀਵੀਏ। ਸੋ ਆਪਾਂ ਐਤਵਾਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਗਲਾ ਸਿਧਾਂਤ ਹੈ ਜਪ ਬਾਣੀ ਵਿੱਚ ਆਇਆ, ਉਹ ਹੈ ਹੁਕਮ। ਅਗਲੀਆਂ ਜਿਹੜੀਆਂ 3 ਪੌੜੀਆਂ ਨੇ ਆਦ ਸੱਚ ਜੁਗਾਦ ਸੱਚ ਤੋਂ, ਉਹਨਾਂ 3 ਪੌੜੀਆਂ ਵਿੱਚ ਗੁਰੂ ਜੀ ਨੇ ਹੁਕਮ ਦੀ ਗੱਲ ਕੀਤੀ ਹੈ, ਤੇ ਆਪਾਂ ਉਸ ਹੁਕਮ ਨੂੰ ਸਮਝਣਾ ਹੈ ਕਿ ਉਹ ਹੁਕਮ ਕੀ ਹੈ, ਹੁਕਮ ਕਿਵੇਂ ਮੰਨਿਆ ਜਾਂਦਾ ਹੈ, ਹੁਕਮ ਦੀ ਜਿਹੜੀ ਪਰਿਭਾਸ਼ਾ ਕੀ ਹੈ। ਉਸ ਹੁਕਮ ਨੂੰ ਆਪਾਂ ਸਮਝ ਕੇ ਤੇ ਆਪਾਂ ਚੰਗੇ ਬੱਚੇ ਬਣਨਾ ਹੈ ਵਾਹਿਗੁਰੂ ਜੀ ਦੇ। ਚੰਗੇ ਬੱਚੇ ਉਹ ਹੀ ਹੁੰਦੇ ਨੇ ਜਿਹੜੇ ਆਪਣੇ ਬਜ਼ੁਰਗਾਂ ਦਾ, ਆਪਣੇ ਮਾਤਾ ਪਿਤਾ ਦਾ ਆਖਿਆ ਮੰਨਦੇ ਨੇ, ਉਹਨਾਂ ਦਾ ਸਤਿਕਾਰ ਕਰਦੇ ਨੇ। ਤੇ ਵਾਹਿਗੁਰੂ ਜੀ ਸਾਡੇ ਮਾਤਾ ਵੀ ਨੇ, ਵਾਹਿਗੁਰੂ ਜੀ ਸਾਡੇ ਪਿਤਾ ਵੀ ਨੇ। ਆਪਾਂ ਉਹਨਾਂ ਦੇ ਹੁਕਮ ਵਿੱਚ ਚੱਲਣਾ ਹੈ, ਉਹਨਾਂ ਦੇ ਹੁਕਮ ਨੂੰ ਮੰਨ ਕੇ ਆਪਣਾ ਮਨੁੱਖਾ ਜੀਵਨ ਆਪਾਂ ਸਫਲ ਬਣਾਉਣਾ ਹੈ। ਸੋ ਇੰਨਿਆਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।